ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬੇਸ਼ਰੀ ਸਵਾਗਤ ਕਰਦੀ ਹਾਂ। BC ਵਾਸੀਆਂ ਦੇ ਲਈ ਚੰਗੀ ਖਬਰ ਇਹ ਹੈ ਕਿ ਪਾਬੰਦੀਆਂ ਦੇ ਵਿੱਚ ਢਿੱਲ ਮਿਲਣ ਜਾ ਰਹੀ ਹੈ। ਕਿਹੜੀਆਂ ਥਾਵਾਂ ਖੁੱਲਣ ਜਾ ਰਹੀਆਂ ਨੇ, ਕਿੰਨੇ ਲੋਕਾਂ ਦਾ ਇਕੱਠ ਹੋਵੇਗਾ, ਵਿਸਤਾਰ ਦੇ ਨਾਲ ਜਾਣਕਾਰੀ ਇਸ ਤੇ ਹਾਸਲ ਕਰਾਂਗੇ। ਫਿਲਹਾਲ ਸ਼ੁਰੂਆਤ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। BC 'ਚ ਦੂਜੇ ਪੜਾਅ ਦੇ ਦੌਰਾਨ ਪਾਬੰਦੀਆਂ ਦੇ ਵਿੱਚ ਢਿੱਲ ਦੀ ਤਿਆਰੀ। 50 ਤੋਂ ਵੱਧ ਲੋਕਾਂ ਦੇ ਇਕੱਠ ਦੀ ਮਿਲੇਗੀ ਹੁਣ ਮਨਜ਼ੂਰੀ। BC ਫੈਰਿਸ ਨੇ ਕੀਤੀ ਨਿਯਮਤ ਸੇਵਾਵਾਂ ਸ਼ੁਰੂ ਕਰਨ ਦੀ ਤਿਆਰੀ। ਮੰਗਲਵਾਰ ਤੋਂ ਪਾਬੰਦੀਆਂ ਦੇ ਵਿੱਚ ਢਿੱਲ ਮਿਲਦੇ ਹੀ ਲੋਕਾਂ ਦਾ ਸਵਾਗਤ ਕਰਨ ਦੇ ਲਈ ਫੈਰੀ ਮਾਲਕ ਤਿਆਰ। ਇੰਟੀਰੀਅਰ ਲੰਡਨ ਹਮਲੇ ਦੇ ਦੋਸ਼ੀ ਦੇ ਖਿਲਾਫ ਅੱਤਵਾਦ ਦੇ ਲਗਾਏ ਗਏ ਦੋਸ਼। 20 ਸਾਲਾ ਨੈਥਲਿਨ ਬੈਲਟਮੈਨ ਤੇ ਲੱਗੇ ਪਹਿਲੇ ਦਰਜੇ ਦੇ ਕਤਲ ਦੇ ਚਾਰਜ। ਖਬਰਾਂ ਵਿਸਥਾਰ ਦੇ ਨਾਲ। ਹੁਣ ਆਊਟਡੋਰ ਇਕੱਠ ਦੇ ਵਿੱਚ 50 ਤੱਕ ਦੇ ਜਾਂ ਇਸ ਤੋਂ ਵੱਧ ਲੋਕ ਇਕੱਠੇ ਹੋਣ ਦੀ ਮਨਜ਼ੂਰੀ ਜਿਹੜੀ ਹੈ ਉਹ ਮਿਲਣ ਵਾਲੀ ਹੈ। ਇਨਡੋਰ ਜੇ ਰਹਿਣਾ ਹੈ ਤਾਂ ਪ੍ਰੋਟੋਕੋਲ ਫੋਲੋ ਕਰਨੇ ਹੋਣਗੇ। ਸਿਹਤ ਖੇਤਰਾਂ ਦੇ ਵਿਚਕਾਰ ਬਹੁਤ ਹੀ ਗੈਰ ਜ਼ਰੂਰੀ ਯਾਤਰਾਵਾਂ ਨੂੰ ਸੀਮਿਤ ਕਰਨ ਵਾਲੇ ਮੌਜੂਦਾ ਉਪਾਵਾਂ ਨੂੰ ਮੰਗਲਵਾਰ ਤੱਕ ਵਧਾਇਆ ਜਾਏਗਾ, ਜਿਹਾ ਡਾਕਟਰ ਬੌਨੀ ਹੈਨਰੀ ਨੇ ਐਲਾਨ ਕੀਤਾ ਹੈ। ਹਾਲਾਂਕਿ ਜੌਨ ਹੌਰਗਨ ਨੇ ਖੁੱਲ੍ਹਣ ਦੀਆਂ ਚਿੰਤਾਵਾਂ ਦਾ ਜਿਹੜਾ ਜ਼ਿਕਰ ਵੀ ਕੀਤਾ ਹੈ, ਪਰ ਉਹਨਾਂ ਕਿਹਾ ਹੈ ਕਿ ਅੰਕੜਿਆਂ ਦੇ ਉੱਤੇ ਸਾਡੀ ਨਜ਼ਰ ਜਿਹੜੀ ਹੈ ਉਹ ਬਰਕਰਾਰ ਰਹੇਗੀ। ਦਰਅਸਲ ਯੋਗ ਬਾਲਗਾਂ ਦੇ ਵਿੱਚੋਂ 75% ਤੋਂ ਵੱਧ ਕੋਵਿਡ ਵਿਰੋਧੀ ਟੀਕੇ ਦੀ ਇੱਕ ਖੁਰਾਕ ਹਾਸਲ ਕਰ ਚੁੱਕੇ ਨੇ, ਜਿਸ ਤੋਂ ਬਾਅਦ ਪਾਬੰਦੀਆਂ ਦੇ ਵਿੱਚ ਢਿੱਲ ਦੀ ਇਜਾਜ਼ਤ ਮਿਲਣ ਜਾ ਰਹੀ ਹੈ। BC ਵਾਸੀ ਜਲਦੀ ਹੀ ਹੋਰ ਲੋਕਾਂ ਦੇ ਨਾਲ ਮੁਲਾਕਾਤ ਕਰ ਸਕਣਗੇ ਤੇ ਸਿਹਤ ਖੇਤਰਾਂ ਤੋਂ ਪਾਰ ਦੀ ਯਾਤਰਾ ਵੀ ਜਿਹੜੀ ਹੈ ਕਰ ਸਕਣਗੇ, ਕਿਉਂਕਿ ਮੰਗਲਵਾਰ ਤੋਂ ਉਹ ਮੁੜ ਸ਼ੁਰੂਆਤ ਦੀ ਯੋਜਨਾ ਦੇ ਦੂਜੇ ਪੜਾਅ ਵਿੱਚ ਦਾਖਲ ਹੋਣਗੇ। ਅਗਲੇ ਪੜਾਅ ਦੇ ਵਿੱਚ ਇਕੱਤਰ ਕਰਨ ਦੇ ਆਕਾਰ ਦੇ ਆਲੇ ਦੁਆਲੇ ਦੀਆਂ ਪਾਬੰਦੀਆਂ ਨੂੰ ਸੌਖਾ ਕਰਨਾ ਤੇ ਯਾਤਰਾ ਦੀਆਂ ਪਾਬੰਦੀਆਂ ਨੂੰ ਹਟਾਉਣਾ ਸ਼ਾਮਿਲ ਹੈ। ਸੂਬਾ ਅਜੇ ਗੈਰ ਜ਼ਰੂਰੀ ਯਾਤਰਾ ਸੂਬੇ ਤੋਂ ਬਾਹਰ ਲਈ ਸਲਾਹ ਦੇਣਾ ਵੀ ਜਾਰੀ ਰੱਖਦਾ ਹੈ। ਮੰਗਲਵਾਰ ਤੋਂ 50 ਤੋਂ ਵੱਧ ਲੋਕਾਂ ਦੇ ਸਮਾਜਿਕ ਇਕੱਠਾਂ ਨੂੰ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਜਾਏਗੀ। ਇੱਕੋ ਇੱਕ ਆਕਾਰ ਦੇ ਇਕੱਠ ਦੇ ਵਿੱਚ ਬੈਠਣ ਵਾਲੇ ਅੰਦਰੂਨੀ ਸੰਗਠਿਤ ਸਮਾਗਮਾਂ ਜਿਵੇਂ ਕਿ ਫਿਲਮ ਥੀਏਟਰ ਤੇ ਬੈਂਕਟਾਲਾ ਦੇ ਵਿੱਚ ਸੁਰੱਖਿਆ ਪ੍ਰੋਟੋਕੋਲ ਜਿਹੜੇ ਨੇ ਉਹ ਲਾਜ਼ਮੀ ਨੇ। ਸੂਬਾਈ ਸਿਹਤ ਅਫਸਰ ਡਾਕਟਰ ਬੌਨੀ ਹੈਨਰੀ ਨੇ ਸੋਮਵਾਰ ਨੂੰ ਦੱਸਿਆ ਕਿ ਆਊਟਡੋਰ ਨੰਬਰ ਸੰਗਠਿਤ ਇਕੱਠਾਂ ਲਈ ਇੱਕੋ ਜਿਹਾ ਰਹਿੰਦਾ ਹੈ, ਪਰ ਤੁਹਾਨੂੰ ਹੁਣ ਬੈਠਣ ਦੀ ਲੋੜ ਨਹੀਂ ਹੈ। ਉਦਾਹਰਣ ਵਜੋਂ ਬਾਹਰੀ ਛੋਟੇ ਵਿਆਹ ਸਮਾਗਮਾਂ ਲਈ ਛੋਟ ਹੋਵੇਗੀ। ਸੂਬਾ ਘਰਾਂ ਦੇ ਵਿੱਚ ਇਕੱਠੇ ਹੋਣ ਵਾਲੇ ਗਰੁੱਪਾਂ ਨੂੰ ਛੋਟੇ ਰੱਖਣ ਤੇ ਘਰ ਦੇ ਅੰਦਰ ਦੂਜਿਆਂ ਨਾਲ ਇਕੱਠੇ ਹੁੰਦੇ ਹੋਏ 5 ਵਿਅਕਤੀਆਂ ਨਾਲ ਜੁੜਨ ਦੀ ਸਿਫਾਰਿਸ਼ ਵੀ ਕਰਦਾ ਹੈ। ਸਿਹਤ ਖੇਤਰਾਂ ਦਰਮਿਆਨ ਬਹੁਤੀਆਂ ਗੈਰ ਜ਼ਰੂਰੀ ਯਾਤਰਾਵਾਂ ਨੂੰ ਸੀਮਿਤ ਕਰਨ ਵਾਲੇ ਮੌਜੂਦਾ ਉਪਾਵਾਂ ਨੂੰ ਵੀ ਵਾਪਸ ਮਾਪਿਆ ਜਾਵੇਗਾ। ਲੋਕਾਂ ਨੂੰ ਸਥਾਨਕ ਸਲਾਹਕਾਰਾਂ ਦੀ ਜਾਂਚ ਕਰਨ ਦੇ ਲਈ ਕਿਹਾ ਗਿਆ ਸੀ। ਹੈਨਰੀ ਨੇ ਕਿਹਾ ਕਿ ਅਸੀਂ BC ਦੇ ਪਾਰ ਪਰਿਵਾਰ ਜਾਂ ਦੋਸਤਾਂ ਨੂੰ ਮਿਲਣ ਦੇ ਲਈ ਜਾ ਸਕਦੇ ਹਾਂ ਤੇ ਉਹਨਾਂ ਦੇ ਨਾਲ ਕੁਝ ਸਮਾਂ ਵੀ ਬਿਤਾ ਸਕਦੇ ਹਾਂ। ਦੱਸ ਦਈਏ ਕਿ ਹੁਣ ਤੱਕ 75% ਬਾਲਗਾਂ ਨੇ BC COVID-19 ਦੇ ਵਿਰੋਧ ਦੇ ਟੀਕੇ ਦੀ ਘੱਟੋ-ਘੱਟ ਇੱਕ ਖੁਰਾਕ ਹਾਸਲ ਕਰ ਲਈ ਹੈ। ਹੈਨਰੀ ਨੇ ਕਿਹਾ ਕਿ ਅਸੀਂ 2 ਹਫ਼ਤਿਆਂ ਦੇ ਵਿੱਚ ਵਿੰਡੋ ਟਾਈਮ ਬਣਾਇਆ ਜੋ ਪੜਾਵਾਂ ਦੇ ਵਿੱਚ ਪਛੜ ਗਿਆ ਹੈ ਅਤੇ ਜੋ ਸਾਨੂੰ ਸਾਡੀ ਪ੍ਰਗਤੀ ਦੀ ਨਿਗਰਾਨੀ ਕਰਨ ਤੇ ਇਹ ਸੁਨਿਸ਼ਚਿਤ ਕਰਨ ਦੀ ਇਜਾਜ਼ਤ ਦਿੰਦਾ ਹੈ ਕਿ ਅਸੀਂ ਭਰੋਸੇ ਦੇ ਨਾਲ ਸੁਰੱਖਿਅਤ ਢੰਗ ਨਾਲ ਅੱਗੇ ਵਧਣ ਦੇ ਯੋਗ ਬਣਾਉਂਦਾ ਹੈ। ਸਾਡੀ ਮਹਾਮਾਰੀ ਦੀ ਤਰ੍ਹਾਂ ਹੁਣ ਤੱਕ ਦੀ ਤਰੱਕੀ ਜਨਤਕ ਸਿਹਤ ਕਾਰੋਬਾਰਾਂ ਤੇ ਬ੍ਰਿਟਿਸ਼ ਕੋਲੰਬੀਆ ਵਿਚਾਲੇ ਹਰ ਵਿਅਕਤੀ ਵਿਚਕਾਰ ਸਾਂਝੀ ਕੋਸ਼ਿਸ਼ ਹੈ। ਹੈਨਰੀ ਨੇ ਹਸਪਤਾਲ ਦੇ ਵਿੱਚ ਦਾਖਲ ਹੋਣ ਵਾਲੇ ਤੇ ਕੋਵਿਡ ਦੇ ਘਟਦੇ ਕੇਸਾਂ ਵੱਲ ਇਸ਼ਾਰਾ ਕਰਦਿਆਂ ਇਸ ਨੂੰ ਚੰਗੀ ਗੱਲ ਦੱਸਿਆ ਹੈ ਕਿ ਮਾਮਲੇ ਘਟੇ ਨੇ। ਇਸ ਦੌਰਾਨ ਪੜਾਅ 2 ਦੇ ਹਿੱਸੇ ਵਜੋਂ ਰੈਸਟੋਰੈਂਟ, ਬਾਰ, ਪੱਬਾਂ ਤੇ ਹੋਰ ਥਾਵਾਂ ਤੇ ਖਾਣਾ ਖਾਣ ਵਾਲਿਆਂ ਨੂੰ ਅੱਧੀ ਰਾਤ ਤੱਕ ਸ਼ਰਾਬ ਦੀ ਸੇਵਾ ਕਰਨ ਦੀ ਵੀ ਜਿਹੜੀ ਹੈ ਉਹ ਇਜਾਜ਼ਤ ਮਿਲ ਚੁੱਕੀ ਹੈ। ਨੌਕਰੀ ਮੰਤਰੀ ਰਵੀ ਕਾਲੋ ਦਾ ਇਹ ਕਹਿਣਾ ਹੈ ਕਿ ਸੂਬਾ ਕਾਰੋਬਾਰਾਂ ਤੇ ਉਦਯੋਗ ਸਮੂਹਾਂ ਦੇ ਨਾਲ ਮੁੜ ਕੰਮ ਕਰਨ ਦੀ ਯੋਜਨਾ ਦੇ ਅਗਲੇ ਪੜਾਵਾਂ ਦੀ ਤਿਆਰੀ ਦੇ ਵਿੱਚ ਸਹਾਇਤਾ ਲਈ ਕੰਮ ਕਰ ਰਿਹਾ ਹੈ। ਹੈਨਰੀ ਦੇ ਮੁਤਾਬਕ ਅਸੀਂ ਹੌਲੀ-ਹੌਲੀ ਸਾਵਧਾਨੀ ਦੇ ਨਾਲ ਸੂਬੇ ਨੂੰ ਖੋਲ੍ਹਣ ਦੀ ਤਿਆਰੀ ਕਰ ਰਹੇ ਹਾਂ। ਪਿਛਲੇ 16 ਮਹੀਨਿਆਂ ਦੌਰਾਨ ਅਸੀਂ ਕਾਰੋਬਾਰਾਂ ਨੂੰ ਨਵੀਨਤਾ ਤੇ ਅਨੁਕੂਲਤਾ ਕਰਦੇ ਵੇਖਿਆ ਹੈ। ਉਹਨਾਂ ਨੇ ਇਸ ਮਹਾਮਾਰੀ ਨਾਲ ਕਈ ਵਾਰ ਆਪਣੇ ਕੰਮ ਨੂੰ ਐਡਜਸਟ ਵੀ ਕੀਤਾ ਹੈ, ਜੋ ਸਾਨੂੰ ਬਹੁਤ ਕੁਝ ਸਿੱਖਣ ਦੇ ਕਾਬਿਲ ਬਣਾਉਂਦਾ ਹੈ। ਹੈਨਰੀ ਦਾ ਕਹਿਣਾ ਹੈ ਕਿ ਕਾਰੋਬਾਰਾਂ ਨੂੰ ਹਫ਼ਤਿਆਂ ਤੇ ਮਹੀਨਿਆਂ ਦੇ ਵਿੱਚ ਨਵੇਂ ਉਪਾਵਾਂ ਦੇ ਵਿੱਚ ਤਬਦੀਲ ਕਰਨ ਵਿੱਚ ਸਹਾਇਤਾ ਕਰਨ ਲਈ ਕੰਮ ਕਰ ਰਹੇ ਨੇ। ਹੈਨਰੀ ਨੇ ਕਿਹਾ ਅਗਲੇ ਪੜਾਅ ਦੇ ਵਿੱਚ ਅਸੀਂ 1 ਜੁਲਾਈ ਨੂੰ ਜਾ ਸਕਦੇ ਹਾਂ, ਪਰ ਯਾਦ ਰੱਖਣਾ ਹੈ ਕਿ ਰੀਸਟਾਰਟ ਯੋਜਨਾ ਦੇ ਇਸ ਪੜਾਅ ਦੇ ਲਈ ਸੂਬੇ ਦਾ ਮਾਸਕ ਫਤਵਾ, ਕਾਰੋਬਾਰੀ ਸੁਰੱਖਿਆ ਪ੍ਰੋਟੋਕੋਲ ਤੇ ਸਰੀਰਕ ਦੂਰੀਆਂ ਦੇ ਉਪਾਅ ਸਥਿਰ ਰਹਿਣਗੇ। ਸੁਰੱਖਿਆ ਪ੍ਰੋਟੋਕੋਲ ਦੇ ਨਾਲ ਵੱਡੇ ਅੰਦਰੂਨੀ ਤੇ ਬਾਹਰੀ ਇਕੱਠਾਂ ਦੇ ਲਈ ਤਿਆਰ ਕਰਨ ਦੇ ਲਈ ਸਲਾਹ ਮਸ਼ਵਰੇ ਦੀ ਪ੍ਰਕਿਰਿਆ ਸ਼ੁਰੂ ਹੋਣ ਦੇ ਲਈ ਤੈਅ ਕੀਤੀ ਗਈ ਹੈ, ਜਿਵੇਂ ਕਿ 1 ਜੁਲਾਈ ਤੋਂ ਜਲਦੀ ਅਜਿਹੇ ਸਮਾਗਮਾਂ ਵਿੱਚ ਵਾਪਸੀ ਹੋਣੀ ਚਾਹੀਦੀ ਹੈ। ਇੰਡੋਰ ਸਪੋਰਟਸ ਸਮੇਤ ਉੱਚ ਤੀਬਰਤਾ ਵਾਲੇ ਮੰਗਲਵਾਰ ਤੋਂ ਮੁੜ ਸੁਰੱਖਿਆ ਪ੍ਰੋਟੋਕੋਲ ਦੇ ਨਾਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਏਗੀ ਤੇ ਦਰਸ਼ਕਾਂ ਨੂੰ ਬਾਹਰੀ ਖੇਡਾਂ ਦੇ ਵਿੱਚ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਸ ਦੇ ਵਿੱਚ 50 ਵਿਅਕਤੀ ਸ਼ਾਮਿਲ ਹੋ ਸਕਣਗੇ। ਪਾਬੰਦੀਆਂ ਦੇ ਵਿੱਚ ਢਿੱਲ ਦੇ ਨਾਲ ਸਿਹਤ ਅਧਿਕਾਰੀਆਂ ਦੁਆਰਾ ਕੁਝ ਚਿੰਤਾਵਾਂ ਵੀ ਪੈਦਾ ਹੁੰਦੀਆਂ ਨੇ। ਪ੍ਰੀਮੀਅਰ ਜੌਨ ਹੌਰਗਨ ਨੇ ਕਿਹਾ ਕਿ BC ਨੇ ਪਿਛਲੇ 15 ਮਹੀਨਿਆਂ ਦੌਰਾਨ ਬਹੁਤ ਸਾਰੇ ਉਤਾਰ ਚੜ੍ਹਾਅ ਦੇਖੇ ਨੇ, ਬਹੁਤ ਸਾਰੇ ਲੋਕਾਂ ਨੇ ਅਸਾਧਾਰਨ ਕੁਰਬਾਨੀਆਂ ਦੇਖੀਆਂ ਨੇ, ਪਰ ਮੈਂ ਸਪਸ਼ਟ ਹੋਣਾ ਚਾਹੁੰਦਾ ਕਿ ਅਸੀਂ ਮਹਾਮਾਰੀ ਨੂੰ ਆਪਣੇ ਪਿੱਛੇ ਰੱਖੀਏ। ਅਸੀਂ ਉਹਨਾਂ ਸਥਾਈ ਕਦਮਾਂ ਨੂੰ ਇਸ ਤਰੀਕੇ ਨਾਲ ਚੁੱਕੀਏ ਜੋ ਹਰ ਕਿਸੇ
ਨੂੰ ਆਪਣੇ ਨਾਲ ਖੜਾ ਕਰ ਸਕੇ। ਬਹੁਤੇ ਕੋਲੰਬੀਅਨ ਅਜੇ ਖੁੱਲ੍ਹਣ ਤੋਂ ਚਿੰਤਤ ਨੇ। ਹੌਰਗਨ ਨੇ ਭਰੋਸਾ ਦਿਵਾਇਆ ਕਿ ਸੂਬਾ ਸ਼ੁਰੂ ਤੋਂ ਹੀ ਅੰਕੜਿਆਂ ਦੀ ਪਾਲਣਾ ਕਰਦਾ ਰਿਹਾ ਹੈ। ਉਹ ਲੋਕਾਂ ਨੂੰ ਕੋਵਿਡ-19 ਦੇ ਟੀਕੇ ਲਗਵਾਉਣ ਦੀ ਅਪੀਲ ਵੀ ਕਰਦਾ ਹੈ ਤੇ ਵਾਇਰਸ ਦੇ ਸੰਚਾਰ ਨੂੰ ਘਟਾਉਣ ਲਈ ਉਹਨਾਂ ਦੀ ਭੂਮਿਕਾ ਵੀ ਨਿਭਾਉਂਦਾ ਹੈ। ਹੈਨਰੀ ਨੇ ਕਿਹਾ ਕਿ ਅਸੀਂ ਇਸ ਮਹਾਮਾਰੀ ਵਿੱਚੋਂ ਸਾਂਝੇ ਯਤਨਾਂ ਦੇ ਨਾਲ ਹੀ ਨਿਕਲ ਸਕਦੇ ਹਾਂ। ਮਿਸਟਰਸ ਤੋਂ ਚੈਨਲ ਪੰਜਾਬੀ ਦੀ ਰਿਪੋर्ट। उधर BC किश्तियां मंगलवार ਨੂੰ नियमित सेवावां ते वापस आउण जा रਹੀਆਂ ਨੇ, जबकि मास्क पॉलिसी अपडेट की गई है। जी हाँ, BC फेरीज ट्रैफिक ਦੇ ਵਿੱਚ ਵਾਧੇ ਦੀ ਉਮੀਦ ਕਰ ਰਹੇ ਨੇ ਉਸ ਵੇਲੇ ਜਦੋਂ ਵੈਨਕੂਵਰ ਆਇਲੈਂਡ ਤੋਂ ਮਨੋਰੰਜਨ ਯਾਤਰਾ ਮੰਗਲਵਾਰ ਤੋਂ ਦੁਬਾਰਾ ਸ਼ੁਰੂ ਹੋਵੇਗੀ। BC ਦੇ ਵੱਲੋਂ ਸੋਮਵਾਰ ਸਵੇਰ ਨੂੰ ਇਸ ਸੰਬੰਧੀ ਐਲਾਨ ਕੀਤਾ ਗਿਆ। BC ਦੇ ਵਿੱਚ ਗੈਰ ਜ਼ਰੂਰੀ ਯਾਤਰਾ ਦੀ ਮਨਜ਼ੂਰੀ ਮਿਲਣ ਵਾਲੀ ਹੈ। ਇਸ ਦੇ ਲਈ ਤਿਆਰੀਆਂ ਹੁਣ ਕੱਸੀਆਂ ਜਾ ਰਹੀਆਂ ਨੇ। BC ਫੈਰੀ ਦੇ ਬੁਲਾਰੇ ਡੈਪ ਮਾਰਸ਼ਲ ਦਾ ਕਹਿਣਾ ਹੈ ਕਿ ਨਿਯਮਿਤ ਸੇਵਾਵਾਂ ਅੱਧੀ ਰਾਤ ਤੋਂ ਦੁਬਾਰਾ ਸ਼ੁਰੂ ਹੋਣਗੀਆਂ। ਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਸੂਬੇ ਨੇ ਪਾਬੰਦੀਆਂ ਹਟਾ ਦਿੱਤੀਆਂ ਤਾਂ ਸਭ ਦਾ ਸਵਾਗਤ ਹੁਣ ਕੀਤਾ ਜਾ ਰਿਹਾ ਹੈ। ਮੰਗਲਵਾਰ ਤੱਕ ਇਸ ਦੇ ਟਰਮੀਨਲਾਂ ਦੇ ਉੱਤੇ ਹੁਣ ਬਾਹਰ ਵੀ ਮਾਸਕ ਜਿਹੜੇ ਆ ਉਹ ਲਗਾਉਣ ਦੀ ਜ਼ਰੂਰਤ ਨਹੀਂ ਪਏਗੀ। ਸਾਡੇ ਟਰਮੀਨਲਾਂ ਦੇ ਨਾਲ ਹੁਣ ਗਾਹਕਾਂ ਨੂੰ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੋਵੇਗੀ, ਉਹਨਾਂ ਨੇ ਜਾਣਕਾਰੀ ਦਿੱਤੀ ਹੈ। ਪਰ ਜੇ ਉਹ ਖੁਦ ਮਾਸਕ ਪਾਉਣਾ ਚਾਹੁੰਦੇ ਨੇ ਜਾਂ ਉਹ ਪਾ ਸਕਦੇ ਨੇ, ਪਰ ਇਹ ਇੱਕ ਵਿਕਲਪ ਹੀ ਹੋਵੇਗਾ। ਪਰ ਸਾਡੇ ਜਹਾਜ਼ਾਂ ਦੇ ਉੱਤੇ ਮਾਸਕ ਪਾਲਿਸੀ ਜਿਹੜੀ ਹੈ ਉਹ ਲਾਗੂ ਹੁੰਦੀ ਰਹਿੰਦੀ ਹੈ। ਅਹਿਮ ਖਬਰ ਦਾ ਰੁਖ ਕਰ ਲੈਂਦੇ ਹਾਂ। ਲੰਡਨ ਓਨਟਾਰੀਓ ਦੇ ਵਿੱਚ ਇੱਕ ਮੁਸਲਿਮ ਪਰਿਵਾਰ ਦੇ ਉੱਤੇ ਗੱਡੀ ਚਲਾਉਣ ਵਾਲੇ ਨੈਥਲਿਨ ਵੈਲਟਮੈਨ ਤੇ ਲੱਗੇ ਪਹਿਲੇ ਦਰਜੇ ਦੇ ਕਤਲ ਦੇ 4 ਚਾਰਜਾਂ ਦੇ ਵਿੱਚ ਕ੍ਰਿਮੀਨਲ ਕੋਡ ਦੀ ਧਾਰਾ 83 ਦੇ ਤਹਿਤ ਵਾਧਾ ਕੀਤਾ ਗਿਆ ਹੈ। ਵੈਲਟਮੈਨ ਸੋਮਵਾਰ ਸਵੇਰੇ ਇੱਕ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਸਾਹਮਣੇ ਪੇਸ਼ ਹੋਏ। ਫਿਲਹਾਲ ਇਸ ਕਾਰਵਾਈ ਨੂੰ ਮੁਸਲਿਮ ਪਰਿਵਾਰ ਤੇ ਸਿਆਸਤਦਾਨਾਂ ਦੇ ਵੱਲੋਂ ਸਹੀ ਕਾਰਵਾਈ ਕਰਾਰ ਦਿੱਤਾ ਗਿਆ ਹੈ। ਸ਼ਨੀਵਾਰ ਨੂੰ ਅਫਜ਼ਲ ਪਰਿਵਾਰ ਦੇ 4 ਮੈਂਬਰਾਂ ਨੂੰ ਇੱਕ ਪਬਲਿਕ ਫਿਊਨਰਲ ਦੇ ਦੌਰਾਨ ਹਜ਼ਾਰਾਂ ਲੋਕਾਂ ਨੇ ਭਿੱਜੀਆਂ ਅੱਖਾਂ ਦੇ ਨਾਲ ਵਿਦਾਇਗੀ ਦਿੱਤੀ। ਓਨਟਾਰੀਓ ਦੇ ਵਿੱਚ ਇੱਕ ਮੁਸਲਿਮ ਪਰਿਵਾਰ ਤੇ ਗੱਡੀ ਚੜਾ ਕੇ 4 ਵਿਅਕਤੀਆਂ ਨੂੰ ਕਤਲ ਕਰਨ ਦੇ ਇਲਜ਼ਾਮ ਦਾ ਸਾਹਮਣਾ ਕਰ ਰਹੇ ਆਦਮੀ ਤੇ ਹੁਣ ਸਰਕਾਰੀ ਵਕੀਲਾਂ ਵੱਲੋਂ ਅੱਤਵਾਦ ਦੇ ਚਾਰਜ ਲਾਏ ਗਏ ਨੇ। ਕਰਾਊਨ ਦੇ ਮੁਤਾਬਕ 20 ਸਾਲਾ ਨੈਥਲਿਨ ਵੈਲਟਮੈਨ ਤੇ ਲੱਗੇ ਪਹਿਲੇ ਦਰਜੇ ਦੇ ਕਤਲ ਦੇ 4 ਚਾਰਜਾਂ ਦੇ ਵਿੱਚ ਕ੍ਰਿਮੀਨਲ ਕੋਡ ਦੀ ਧਾਰਾ 83 ਦੇ ਤਹਿਤ ਵਾਧਾ ਕੀਤਾ ਗਿਆ ਹੈ। ਵੈਲਟਮੈਨ ਸੋਮਵਾਰ ਸਵੇਰੇ ਇੱਕ ਵੀਡੀਓ ਰਾਹੀਂ ਅਦਾਲਤ ਵਿੱਚ ਪੇਸ਼ ਹੋਇਆ। ਸਰਕਾਰੀ ਵਕੀਲਾਂ ਨੇ ਸੋਮਵਾਰ ਨੂੰ ਇਸ ਤੇ ਬਹਿਸ ਵੀ ਕੀਤੀ ਜਦੋਂ ਉਹਨਾਂ ਨੇ ਇਸ ਘਟਨਾ ਦੇ ਦੋਸ਼ੀ ਵਿਅਕਤੀ ਦੇ ਖਿਲਾਫ ਦੋਸ਼ਾਂ ਨੂੰ ਅਪਗ੍ਰੇਡ ਕੀਤਾ। 20 ਸਾਲਾ ਨੈਥਨੀਅਲ ਵੈਲਟਮੈਨ ਤੇ ਲੰਡਨ ਓਨਟਾਰੀਓ ਦੇ ਵਿੱਚ 6 ਜੂਨ ਦੀ ਘਟਨਾ ਦੇ ਵਿੱਚ ਪਹਿਲੀ ਦਰਜੇ ਦੇ ਕਤਲੇਆਮ ਤੇ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਸਨ, ਜਿਸ ਨੂੰ ਪੁਲਿਸ ਨੇ ਇਸਲਾਮੀ ਧਰਮ ਦੇ ਵਿਰੁੱਧ ਨਫ਼ਰਤ ਤੋਂ ਪ੍ਰੇਰਿਤ ਇੱਕ ਕਾਰਵਾਈ ਕਰਾਰ ਦਿੱਤਾ। ਫੈਡਰਲ ਕਰਾਊਨ ਸਾਰਾ ਸ਼ੇਖ ਨੇ ਸੋਮਵਾਰ ਨੂੰ ਕਿਹਾ ਕਿ ਸਰਕਾਰੀ ਵਕੀਲ ਦੇਸ਼ ਦੇ ਅਟਾਰਨੀ ਜਨਰਲ ਦੀ ਸਹਿਮਤੀ ਲੈਣ ਤੋਂ ਬਾਅਦ ਅੱਤਵਾਦੀ ਕਾਰਵਾਈ ਨੂੰ ਅੱਗੇ ਵਧਾ ਰਹੇ ਨੇ। ਸ਼ੇਖ ਨੇ ਇੱਕ ਵਰਚੁਅਲ ਕੋਰਟ ਦੇ ਵਿੱਚ ਕਿਹਾ ਕਿ ਵੈਲਟਮੈਨ ਤੁਹਾਡੇ ਤੇ ਫਰਸਟ ਡਿਗਰੀ ਕਤਲ ਦੇ 4 ਦੋਸ਼ ਲਗਾਏ ਗਏ ਨੇ। ਇਸ ਕਤਲੇਆਮ ਤੋਂ ਇਲਾਵਾ ਇਹ ਦੋਸ਼ ਵੀ ਹੈ ਕਿ ਇਹ ਕਤਲੇਆਮ ਯੋਜਨਾਬੱਧ ਤੇ ਜਾਣਬੁੱਝ ਕੇ ਕੀਤੇ ਗਏ ਸਨ ਤੇ ਅਗਲਾ ਇਲਜ਼ਾਮ ਹੈ ਕਿ ਇਹ ਅੱਤਵਾਦ ਦੇ ਅਪਰਾਧ ਵੀ ਬਣਾਉਂਦੇ ਨੇ। ਵੈਲਟਮੈਨ ਜਿਸ ਦੇ ਕੋਲ ਅਜੇ ਆਪਣਾ ਇੱਕ ਵੀ ਵਕੀਲ ਨਹੀਂ ਹੈ ਦਾ ਕਹਿਣਾ ਕਿ ਉਹ ਦੋਸ਼ਾਂ ਨੂੰ ਸਮਝਦਾ ਹੈ। ਦਰਅਸਲ 46 ਸਾਲਾ ਅਫਜ਼ਲ ਤੇ ਉਸ ਦੀ 44 ਸਾਲਾ ਪਤਨੀ ਮਦੀਹਾ ਸਲਮਾਨ, ਉਹਨਾਂ ਦੀ 15 ਸਾਲਾ ਬੇਟੀ ਯੁਮਨਾ ਤੇ ਉਸ ਦੀ 74 ਸਾਲਾ ਦਾਦੀ ਤਾਲਤ ਅਫਜ਼ਲ ਨੂੰ ਉਸ ਵੇਲੇ ਮਾਰਿਆ ਗਿਆ ਜਦੋਂ ਉਹ ਸ਼ਾਮ ਦੀ ਸੈਰ ਕਰਨ ਲਈ ਨਿਕਲ ਰਹੇ ਸਨ। ਪੁਲਿਸ ਨੇ ਦੱਸਿਆ ਕਿ ਇੱਕ ਕਾਲਾ ਪਿਕਅਪ ਟਰੱਕ ਫੁੱਟਪਾਥ ਤੇ ਪਰਿਵਾਰ ਦੇ ਵਿੱਚ ਦਾਖਲ ਹੋਇਆ ਤੇ ਘਟਨਾ ਤੋਂ ਬਾਅਦ ਮੌਕੇ ਤੋਂ ਭੱਜ ਗਿਆ। ਮ੍ਰਿਤਕ ਪਰਿਵਾਰ ਦਾ ਇੱਕ 9 ਸਾਲਾ ਬੇਟਾ ਫੈਜ਼ ਜੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਸੀ, ਹੁਣ ਠੀਕ ਦੱਸਿਆ ਜਾ ਰਿਹਾ ਹੈ। ਲੰਡਨ ਦੀ ਪੁਲਿਸ ਨੇ ਦੋਸ਼ ਲਗਾਇਆ ਕਿ ਘਟਨਾ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਂਦੇ ਯੋਜਨਾਬੱਧ ਤਰੀਕੇ ਦੇ ਨਾਲ ਕੀਤੀ ਗਈ, ਪਰ ਇਹ ਨਹੀਂ ਦੱਸਿਆ ਕਿ ਇਹ ਕਿਸ ਅੰਜਾਮ ਦੇ ਲਈ ਕੀਤੀ ਗਈ ਹੈ। ਪਰਿਵਾਰ ਦੇ ਇੱਕ ਦੋਸਤ ਸਬੂਰ ਖਾਨ ਨੇ ਕਿਹਾ ਹੈ ਕਿ ਵੈਲਟਮੈਨ ਦੇ ਖਿਲਾਫ ਦੋਸ਼ਾਂ ਨੂੰ ਅਪਗ੍ਰੇਡ ਕਰਨਾ ਸਹੀ ਨਤੀਜਾ ਹੈ। ਖਾਨ ਨੇ ਕਿਹਾ ਹੈ ਕਿ ਇਸ ਸਮੇਂ ਪਰਿਵਾਰਾਂ ਤੇ ਕਮਿਊਨਿਟੀ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਸਾਡੇ ਵਿੱਚੋਂ ਬਹੁਤੇ ਆਪਣੇ ਘਰਾਂ ਚੋਂ ਨਿਕਲਣ ਤੋਂ ਵੀ ਡਰ ਰਹੇ ਨੇ। ਉਹਨਾਂ ਕਿਹਾ ਇਸ ਘਟਨਾ ਨੇ ਬਹੁਤ ਕੁਝ ਬਦਲ ਦਿੱਤਾ ਹੈ। ਅਸੀਂ ਅਜੇ ਵੀ ਬੇਤਰਤੀਬੇ ਤੇ ਵੱਖ-ਵੱਖ ਤਰ੍ਹਾਂ ਦੇ ਗੁਆਂਢੀਆਂ ਦੇ ਨਾਲ ਘਿਰੇ ਹੋਏ ਹਾਂ, ਪਰ ਅਸੀਂ ਕੰਫਰਟੇਬਲ ਮਹਿਸੂਸ ਨਹੀਂ ਕਰਦੇ। ਹਫ਼ਤੇ ਦੇ ਅੰਤ ਦੇ ਵਿੱਚ ਬਹੁਤ ਸਾਰੇ ਲੋਕ ਮ੍ਰਿਤਕ ਪਰਿਵਾਰ ਦੇ ਅੰਤਮ ਸੰਸਕਾਰ ਦੇ ਵਿੱਚ ਸ਼ਾਮਿਲ ਹੋਏ, ਪਰ ਉਹਨਾਂ ਦਾ ਬੇਟਾ ਸ਼ਾਮਿਲ ਨਹੀਂ ਹੋ ਸਕਿਆ। ਖਾਨ ਨੇ ਕਿਹਾ ਹੈ ਫਿਲਹਾਲ ਇਸ ਪਰਿਵਾਰ ਦੇ ਬਚੇ ਹੋਏ ਬੇਟੇ ਦੀ ਸਿਹਤ ਠੀਕ ਹੈ ਤੇ ਪਰਿਵਾਰ ਦੇ ਸਗੇ ਸੰਬੰਧੀਆਂ ਦੇ ਨਾਲ ਹੀ ਹੈ। ਇਸ ਮੌਕੇ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਸੋਮਵਾਰ ਸਵੇਰੇ ਨਿਊਜ਼ ਕਾਨਫਰੰਸ ਦੌਰਾਨ ਨਵੇਂ ਦੋਸ਼ਾਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਮੇਰੇ ਖਿਆਲ ਦੇ ਵਿੱਚ ਸਾਡੇ ਲਈ ਇਸ ਨੂੰ ਦਹਿਸ਼ਤਗਰਦੀ ਦਾ ਨਾਮ ਦੇਣਾ ਸੱਚਮੁੱਚ ਮਹੱਤਵਪੂਰਨ ਹੈ। ਸਾਡੇ ਲਈ ਇਸ ਨੂੰ ਇਸਲਾਮਫੋਬੀਆ ਦੇ ਕਾਰਜ ਵਜੋਂ ਪਛਾਣਨਾ ਮਹੱਤਵਪੂਰਨ ਹੈ ਕਿ ਬਹੁਤ ਜ਼ਰੂਰੀ ਹੈ ਉਹਨਾਂ ਲੋਕਾਂ ਦੀ ਪਛਾਣ ਕਰਨਾ ਜੋ ਕੈਨੇਡਾ ਦੇ ਵਿੱਚ ਤੇ ਕੈਨੇਡੀਅਨ ਦੇ ਨਾਲ ਨਸਲੀ ਵਿਤਕਰਾ ਕਰਦੇ ਨੇ। ਸ਼ੇਖ ਨੇ ਅਦਾਲਤ ਨੂੰ ਦੱਸਿਆ ਕਿ ਕਤਲ ਦੇ ਫੌਜਦਾਰੀ ਜ਼ਾਬਤੇ ਦੀ ਧਾਰਾ 231 ਦੇ ਅਧੀਨ ਲਾਏ ਗਏ ਸਨ, ਜਿਸ
जिस दे विच लिखिया है कि बेशक किसी व्यक्ति की हत्या की योजना बनाई गई होवे या जानबुझ के कीता कतल होवे, फर्स्ट डिग्री मर्डर ही कहलाएगा। हालांकि इस मामले दे विच पुलिस ने कहा है कि इस घटना के किसी भी हेड ग्रुप के नाल कोई लिंक नज़र नहीं आए। येलो लंडन टैक्सी ने भी इस मौके दस्सिया कि उन्होंने 911 नूं कॉल करन तो बाद एक काले पिकअप ट्रक दे विच एक व्यक्ति नूं पार्किंग लॉट दे विच दाखल हुंदे देखिया। टैक्सी चालक ने कहा कि उस व्यक्ति ने अपनी टी शर्ट के उत्ते किसी होर तरह का निशान बनाया होया सी ते मिलिटरी स्टाइल का एक हैलमेट पाया होया सी। वेल्टमैन की अदालत की अगली तारीख 21 जून है। इस तो चैनल पंजाबी की रिपोर्ट। कैनेडा के मुस्लिम परिवार के 4 मैंबरों को आखिरी विदायगी के लिए ओंटारियो के लंडन शहर के विच स्थित इस्लामिक सेंटर के विच सैकड़े लोग इकट्ठे होए ते उन्होंने श्रद्धांजलि दी। इन्हां चारे मैंबरों के ताबूतां नूं कैनेडा के झंडे दे नाल लपेटिया गया सी। एक हफ्ता पहला ही इत्थे एक घटना वापरी सी। इस परिवार दे नाल हादसा वापरिया। इस हमले दे विच परिवार के 4 मैंबरों की मौत हो गई ते 9 साल का बेटा गंभीर जख्मी हो गया। मुस्लिम परिवार के 4 मैंबरों के सन्मान दे विच प्रोग्राम 1 घंटे तक चलिया। Warahmatullahi wabarakatuh. May the peace and blessings of the Almighty God be with each and every one of you. My name is Naj Mankal and I am the President and Chair of the Board of Directors here at the Islamic Centre of Southwest Ontario. On behalf of the entire Muslim community here in London, I solemnly and humbly welcome everyone here today. I also want to give a heartfelt thank you for all of your love and support, not for just the Afzal family and their dear ones, but to all of humanity during this very unsettling times. I would like to offer my deepest and sincere condolences to the family, Allah yarhamhum. I would also like to thank all of the volunteers as well as management from the London Muslim Mosque, the Islamic Centre, Islamic Relief, and the Pakistani Canadian Association of London for helping making today happen. I seek refuge in God from the accursed Satan. I start with the name of God, the all-merciful, the compassionate. These are ayat, closely translated for the understanding of all of us as verses of the final scripture to humankind, Al-Quran, from Surah, which we closely translate as chapter. Ayah 169 to Ayah 173. Never think of those martyred in the cause of God as dead. In fact, they are alive with their Lord, well provided for, rejoicing in God's bounties and being delighted for those yet to join them, that is us. There will be no fear for them, nor will they grieve. They are joyful for receiving God's grace and bounty, and that God does not deny the reward of the believers. As for those who responded to the call of God and His final messenger after their injury, those of them who did good and were mindful of God will have a great reward. Those who were warned, your enemies have mobilized their forces against you, so fear them. The warning only made them grow stronger in faith, and they replied by saying, God alone is sufficient as an aid for us, and He is the best protector. Ameen. बुलेटिन ਦੇ ਅਖੀਰ ਦੇ ਵਿੱਚ ਦੇਖਦੇ ਹਾਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਰਿਪੋਰਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਖਬਰਾਂ ਲੈ ਕੇ ਤੁਹਾਡੇ ਲਈ ਐਡਮਿੰਟਨ ਸ਼ਹਿਰ ਤੋਂ ਹਾਜ਼ਰ ਹੋ ਰਿਹਾ ਜੀ।
ਇੱਕ ਤੇ ਸਾਡੇ ਸ਼ਹਿਰ ਦੇ ਵਿੱਚ ਜੀ ਇੱਕ ਸੋਮਾਲੀ ਗਰੁੱਪ ਦੇ ਚੇਅਰਪਰਸਨ ਨੇ ਇਹ ਗੱਲ ਆਖੀ ਆ ਵੀ ਇੱਕ ਹੋਰ ਔਰਤ ਜਿਹਦੇ ਹਿਜਾਬ ਪਾਇਆ ਹੋਇਆ ਸੀਗਾ ਉਹਦੇ ਤੇ ਹਮਲਾ ਕੀਤਾ ਗਿਆ। ਇਹ ਗੱਲ ਸ਼ੁੱਕਰਵਾਰ ਸ਼ਾਮ ਦੀ ਆ। ਉਹ ਜਦੋਂ 9 ਵਜੇ ਦੇ ਕਰੀਬ ਉਹ ਔਰਤ ਇੱਕ ਸਾਈਡ ਵਾਕ ਤੇ ਜਾ ਰਹੀ ਸੀ, ਸੈਰ ਕਰ ਰਹੀ ਸੀਗੀ, ਤਾਂ ਪਿੱਛੋਂ ਕੋਈ ਵਿਅਕਤੀ ਆਇਆ ਜਿਹਨੂੰ ਉਹ ਜਾਣਦੀ ਪਛਾਣਦੀ ਨਹੀਂ। ਉਹਨੇ ਆ ਕੇ ਪਿੱਛੋਂ ਉਹਨੂੰ ਧੱਕਾ ਮਾਰਿਆ ਔਰ ਧੱਕਾ ਮਾਰ ਕੇ ਉਹਨੂੰ ਸਾਈਡ ਵਾਕ ਤੇ ਸਿੱਟ ਦਿੱਤਾ, ਜਿਹਦੇ ਨਾਲ ਉਹਦੇ ਸੱਟਾਂ ਲੱਗੀਆਂ, ਉਹਦੇ ਦੰਦ ਹਿੱਲ ਗਏ ਔਰ ਉਹਨੂੰ ਤਕਰੀਬਨ 30 ਸਾਲ ਹੋ ਗਏ ਨੇ ਇੱਥੇ ਐਡਮਿੰਟਨ ਵਿੱਚ ਰਹਿੰਦਿਆਂ ਹੋਇਆ। ਔਰ ਉਹਨੂੰ ਫਿਰ ਇਲਾਜ ਕਰਵਾਇਆ ਗਿਆ ਜੀ, ਪਰ ਬਾਅਦ ਦੇ ਵਿੱਚ ਉਹਨੂੰ ਰਿਲੀਜ਼ ਕਰ ਦਿੱਤਾ। ਔਰ ਉਹ ਬੜੀ ਡਰੀ ਹੋਈ ਆ। ਉਹ ਕਹਿੰਦੇ ਵੀ ਉਹ ਕੈਮਰੇ ਤੇ ਆ ਕੇ ਗੱਲ ਕਰਨ ਨੂੰ ਤਿਆਰ ਨਹੀਂ, ਵੀ ਇੰਨੀ ਘਬਰਾਈ ਹੋਈ ਆ ਵੀ ਇਹ ਜਿਹੜਾ ਹਮਲਾ ਉਹਦੇ ਤੇ ਹੋਇਆ। ਔਰ ਉਹ ਹਮਲਾ ਜਿਹੜਾ ਹੁਣ ਕਾਰਨ ਦੱਸਿਆ ਜਾ ਰਿਹਾ ਜੀ ਵੀ ਉਹਦੇ ਹਿਜਾਬ ਪਾਇਆ ਹੋਇਆ ਸੀਗਾ ਔਰ ਜਿੱਥੋਂ ਪਤਾ ਲੱਗਦਾ ਸੀ ਕਿ ਉਹ ਮੁਸਲਿਮ ਆ। ਔਰ ਇਹ ਜਿਹੜਾ ਚੇਅਰਪਰਸਨ ਹੈ ਜੀ ਇਬਰਾਹਿਮ ਹੋਰੀ, ਉਹਨਾਂ ਵੱਲੋਂ ਇਹ ਕਹਿਣਾ ਹੈ ਵੀ ਮੁਸਲਮਾਨਾਂ ਤੇ ਪਿਛਲੇ ਕੁਝ ਸਮੇਂ ਤੋਂ ਜਿਹੜੇ ਹਮਲੇ ਆ ਉਹ ਲਗਾਤਾਰ ਹੁੰਦੇ ਆ ਰਹੇ ਆ। ਤੁਹਾਨੂੰ ਯਾਦ ਹੋਣਾ ਇੱਕ ਵਿਅਕਤੀ ਜਿਹੜੇ 44 ਸਾਲਾਂ ਦਾ ਜਿਹਨੂੰ ਚਾਰਜ ਕੀਤਾ ਗਿਆ ਸੀ ਔਰ ਉਹਦੇ ਤੇ ਕੇਸ ਅਜੇ ਚੱਲਣਾ ਆ, ਉਹਨੇ ਇਸ ਤਰ੍ਹਾਂ ਵੱਖਰੇ ਵੱਖਰੇ ਥਾਵਾਂ ਦੇ ਉੱਤੇ 3 ਹਮਲੇ ਕੀਤੇ ਸੀਗੇ, ਪਰ ਉਹਨੂੰ ਬਾਅਦ ਦੇ ਵਿੱਚ ਫੜ ਲਿਆ ਗਿਆ ਸੀਗਾ। ਔਰ ਉਹਦੇ ਪਰ ਹੁਣ ਇਹ ਇਬਰਾਹਿਮ ਹੋਰੀ ਕਹਿ ਰਿਹਾ ਵੀ ਜਿਹੜੇ ਸਾਡੇ ਪੋਲੀਟੀਸ਼ੀਅਨ ਆ ਨਾ, ਉਹਨਾਂ ਨੂੰ ਇਹ ਜਿਹੜੇ ਹੇਟ ਕ੍ਰਾਈਮ ਆ ਇਹਨਾਂ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਜਿਹੜੀਆਂ ਸਜ਼ਾਵਾਂ ਦਿੱਤੀਆਂ ਜਾ ਸਕਣ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਹੋਣ। ਪ੍ਰੀਮੀਅਰ ਜੇਸਨ ਕੈਨੀ ਹੋਰਾਂ ਨੇ ਗੱਲ ਆਖੀ ਆ ਕਿ ਇਹ ਜਿਹੜੇ ਲੋਕਾਂ ਤੇ ਹਮਲੇ ਹੋ ਰਿਹਾ, ਉਹ ਕਹਿੰਦੇ ਛੇਤੀ ਹੀ ਉਹਨਾਂ ਨੂੰ ਅਸੀਂ ਗ੍ਰਾਂਟਸ ਦੇਵਾਂਗੇ ਜੀ ਉਹਨਾਂ ਆਰਗੇਨਾਈਜੇਸ਼ਨ ਨੂੰ ਜਾਂ ਬੰਦਿਆਂ ਨੂੰ, ਵੀ ਉਹ ਤਾਂ ਕਿ ਆਪਣੇ ਸਿਕਿਉਰਿਟੀ ਅਪਗ੍ਰੇਡ ਕਰਵਾ ਸਕਣ। ਸੋ ਪ੍ਰੋਵਿੰਸ ਵੱਲੋਂ ਇਹ ਉਹਦਾ ਹੱਲ ਲੱਭਿਆ ਜਾ ਰਿਹਾ ਵੀ ਅਸੀਂ ਗ੍ਰਾਂਟਸ ਦੇਵਾਂਗੇ ਤੇ ਉਹ ਲੋਕ ਜਿਹੜਾ ਇਹਦਾ ਸਿਕਿਉਰਿਟੀ ਅਪਗ੍ਰੇਡ ਕਰਾਉਣ। ਠੀਕ ਆ, ਜੇ ਕਿਤੇ ਜਥੇਬੰਦੀਆਂ ਦੇ ਕਿਸੇ ਬਿਲਡਿੰਗ ਤੇ ਹੁੰਦਾ ਉੱਥੇ ਤਾਂ ਜੀ ਲੋਕ ਜਿਹੜਾ ਇਸ ਤਰ੍ਹਾਂ ਕਰਵਾ ਸਕਦੇ ਆ, ਪਰ ਇਹ ਪਤਾ ਨਹੀਂ ਵੀ ਇੰਡੀਵਿਜੂਅਲ ਤੌਰ ਤੇ ਸਿਕਿਉਰਿਟੀ ਅਪਗ੍ਰੇਡ ਲੋਕ ਕੀ ਕਰਵਾਉਣਗੇ ਜਦੋਂ ਬਾਹਰ ਸੈਰ ਸਪਾਟਾ ਕਰਨ ਜਾਂਦੇ ਨੇ। ਔਰ ਦੂਸਰੀ ਖਬਰ ਇੱਕ ਹੋਰ ਆ ਰਹੀ ਹੈ ਜੀ, ਉਹ ਸਾਡੇ ਸੂਬੇ ਦੇ ਜਿਹੜੇ ਮੇਟੀਸ ਲੋਕ ਨੇ, ਇਹ ਉਹਨਾਂ ਵੱਲੋਂ ਆ ਕਿ ਉਹ ਕਹਿੰਦੇ ਵੀ ਜਿਹੜੀ ਸੂਬਾ ਸਰਕਾਰ ਆ ਅਲਬਰਟਾ ਦੀ, ਵੀ ਉਹ ਸਾਡੇ ਨਾਲ ਫੇਅਰ ਗੱਲਬਾਤ ਜਿਹੜੀ ਆ ਨਹੀਂ ਕਰ ਰਹੀ, ਬੜੀ ਅਨਫੇਅਰ ਆ। ਉਹਦਾ ਕਾਰਨ ਇਹ ਹੈ ਜੀ ਵੀ UCP ਦੀ ਸਰਕਾਰ ਬਣਨ ਤੋਂ ਪਹਿਲਾਂ ਜਿਹੜਾ 2 ਸਰਕਾਰਾਂ ਦੇ ਨਾਲ ਉਹਨਾਂ ਨੇ ਕੰਸਲਟੇਸ਼ਨਸ ਕੀਤੀਆਂ ਸੀਗੀਆਂ ਤੇ ਇੱਕ ਉਹ ਮਤਲਬ ਓਵਰਆਲ ਕੰਸਲਟਿੰਗ ਦਾ ਪ੍ਰੋਸੈਸ ਜਿਹੜਾ ਸੀਗਾ ਸੈਟਅਪ ਕੀਤਾ ਜਾ ਰਿਹਾ ਸੀਗਾ, ਭਈ ਚਾਹੇ ਉਹ ਸਾਡੇ ਰਿਸੋਰਸ ਵਾਲੇ ਜਿਹੜੇ ਵੱਡੇ ਪ੍ਰੋਜੈਕਟ ਹੈਗੇ ਆ ਵੀ ਉਹਨਾਂ ਨੂੰ ਕਿਵੇਂ ਇੱਥੇ ਡਿਵੈਲਪ ਕੀਤੇ ਜਾਣਾ, ਉਹਦੇ ਬਾਰੇ ਉਹ ਇੱਕ ਪ੍ਰੋਸੈਸ ਜਿਹੜਾ ਸੀਗਾ ਇਹ ਤਿਆਰ ਕਰ ਰਿਹਾ ਸੀ ਵੀ ਕੰਸਲਟੇਸ਼ਨ ਕਿਵੇਂ ਹੋਣੀਆਂ ਚਾਹੀਦੀਆਂ ਨੇ। ਪਰ ਜਦੋਂ UCP ਸਰਕਾਰ ਚੁਣੀ ਗਈ ਜੇਸਨ ਕੈਨੀ ਹੋਰਾਂ ਦੀ, ਇਹਨਾਂ ਨੇ ਆਪਣੇ ਆਪ ਹੀ ਥੋੜ੍ਹੀ ਦੇਰ ਬਾਅਦ ਜਿਹੜਾ ਜੀ ਉਹ ਕਿਹਾ ਵੀ ਸਾਨੂੰ ਉਹ ਕੰਸਲਟੇਸ਼ਨ ਦੀ ਲੋੜ ਨਹੀਂ, ਤੇ ਇਹਨਾਂ ਨੇ ਉਹ ਜਿਹੜਾ ਜਿੱਥੋਂ ਤੱਕ ਕੰਮ ਪਹੁੰਚਿਆ ਹੋਇਆ ਸੀ ਉਹਨੂੰ ਕਹਿੰਦੇ ਵੀ ਦੂੰਗਾ ਜਾਣ ਦੀ ਸਾਨੂੰ ਕੋਈ ਲੋੜ ਨਹੀਂ ਹੈ। ਤੇ ਹੁਣ ਉਹ ਜਿਹੜੇ ਮੇਟੀਸ ਗਰੁੱਪ ਦੇ ਵਿਅਕਤੀ ਹੈਗੇ ਜੀ ਉਹ ਚਲੇ ਗਏ ਨੇ ਕੋਰਟ ਵਿੱਚ, ਇਹਨਾਂ ਨੂੰ ਚੈਲੰਜ ਕਰ ਰਿਹਾ ਸਰਕਾਰ ਨੂੰ ਵੀ ਤੁਸੀਂ ਇਸ ਤਰ੍ਹਾਂ ਕਿਵੇਂ ਕਰ ਸਕਦੇ ਹੋ ਜਦੋਂ ਤੁਸੀਂ ਇੱਕ ਫਸਟ ਨੇਸ਼ਨਸ ਦੇ ਨਾਲ ਤੁਹਾਡਾ ਬਣਿਆ ਹੋਇਆ ਹੈ ਐਗਰੀਮੈਂਟ ਕੰਸਲਟੇਸ਼ਨ ਦਾ, ਤੇ ਮੇਟੀਸ ਲੋਕਾਂ ਦੇ ਨਾਲ ਕਿਉਂ ਨਹੀਂ ਤੁਸੀਂ ਇਹ ਬਣਾਉਂਦੇ ਤਾਂ ਕਿ ਜਿਹੜੀ ਸੂਬੇ ਦੇ ਵਿੱਚ ਜਿਹੜੀ ਵੀ ਡਿਵੈਲਪਮੈਂਟ ਹੋਣੀ ਆ ਉਹਦੇ ਤੇ ਪੁੱਛ ਪੜਤਾਲ ਕੀਤੀ ਜਾਏ। ਪਰ ਕੁਝ ਜਿਹੜੇ ਨਾ ਅੰਦਰੂਨੀ ਨੋਟਸ ਹੈਗੇ ਆ ਜੀ ਲਿਖੇ ਹੋਏ ਉਹ ਮਿਲੇ ਆ, ਉਹਨਾਂ ਤੋਂ ਪਤਾ ਲੱਗਦਾ ਹੈ ਵੀ ਉੱਥੇ ਜਿਹੜੇ ਸਿਵਲ ਸਰਵੈਂਟਸ ਕਹਿ ਲਓ ਜਾਂ ਜਿਹੜੇ ਮੰਤਰਾਲੇ ਦੇ ਦਫ਼ਤਰ ਵਿੱਚ ਲੋਕ ਨੇ, ਉਹਨਾਂ ਦਾ ਜਿਹੜਾ ਗੱਲਬਾਤ ਕਰਨ ਦਾ ਢੰਗ ਆ ਉਹ ਤੋਂ ਲੱਗਦਾ ਵੀ ਉਹ ਕੰਸਲਟੇਸ਼ਨ ਦੇ ਵਿੱਚ ਕੋਈ ਜ਼ਿਆਦਾ ਇੰਟਰਸਟ ਨਹੀਂ ਰੱਖਦੇ। ਉਹਨਾਂ ਨੇ ਕਿਹਾ ਜੀ ਵੀ ਦੇਖੋ ਕੰਸਲਟੇਸ਼ਨ ਦੇ ਵਿੱਚ ਬਹੁਤ ਸਮਾਂ ਜਿਹੜਾ ਲੱਗ ਜਾਂਦਾ, ਇਸ ਕਰਕੇ ਜਿਹੜੀ ਇੰਡਸਟਰੀ ਆ ਅਸੀਂ ਉਹਨੂੰ ਬਰਡਨ ਕਰ ਰਹੇ ਹਾਂ, ਉੱਤੇ ਭਾਰ ਪਾ ਰਹੇ ਹਾਂ, ਔਰ ਉਹਦੇ 'ਚ ਕਹਿੰਦੇ ਵੀ ਦੇਰੀ ਬਹੁਤ ਲੱਗ ਜਾਂਦੀ ਆ ਜਿਹੜੇ ਪ੍ਰੋਜੈਕਟ ਜਿਹਨਾਂ ਨੂੰ ਡਿਵੈਲਪ ਕਰਨਾ ਹੁੰਦਾ। ਸੋ ਇਹ ਉਹਨਾਂ ਨੇ ਕਾਰਨ ਦਿੱਤਾ ਤੇ ਮੇਟੀਸ ਕਹਿੰਦੇ ਵੀ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ, ਅਸੀਂ ਕੋਰਟ ਵਿੱਚ ਇਹਨਾਂ ਨੂੰ ਇਸ ਸਰਕਾਰ ਨੂੰ ਚੈਲੰਜ ਕਰ ਰਹੇ ਹਾਂ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਸੋ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ
ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।